ਧੰਨ ਵਾਹਿਗੁਰੂ ਜੀ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਅਨੇਕ ਜਤਨ ਕਰ ਹਿਰਦੈ ਰਾਖਿਆ। ਰਤਨ ਨਾ ਛਪੈ ਛਪਾਇਆ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਅਨੇਕ ਜਤਨ ਕਰ ਹਿਰਦੈ ਰਾਖਿਆ। ਰਤਨ ਨਾ ਛਪੈ ਛਪਾਇਆ। ਹਰ ਗੁਣ ਕਹਿਤੇ ਕਹਿਨ ਨਾ ਜਾਈ। ਜੈਸੇ ਗੂੰਗੇ ਕੀ ਮਿਠਿਆਈ ਰਹਾਉ। ਰਸਨਾ ਰਮਤ ਸੁਨਤ ਸੁਖ ਸ੍ਰਵਨਾ। ਚਿਤ ਚੇਤੇ ਸੁਖ ਹੋਈ। ਕਹੋ ਭੀਖਨ ਦੋਇ ਨੈਣ ਸੰਤੋਖੇ। ਜਹਾਂ ਦੇਖਾਂ ਤਹ ਸੋਇ। ਕਹੋ ਭੀਖਨ ਦੋਇ ਨੈਣ ਸੰਤੋਖੇ। ਜਹ ਦੇਖਾਂ ਤਹ ਸੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਅਦਬ ਸਤਿਕਾਰ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਗੁਰੂ ਸਵਾਰਿਆਂ ਪਾਸੋਂ ਪ੍ਰਾਪਤ ਕੀਤਾ ਹੈ। ਕੱਲ ਦੇ ਦੀਵਾਨ ਵਿੱਚ ਆਪਾਂ ਭਗਤ ਭੀਖਨ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਬਦ ਵਿਚਾਰਨ ਦਾ ਯਤਨ ਕੀਤਾ ਹੈ। ਸੋਰਠ ਰਾਗ ਦੇ ਵਿੱਚ ਦੋਵੇਂ ਸ਼ਬਦ ਇਕੱਠੇ ਹੀ ਭਗਤ ਭੀਖਨ ਜੀ ਦੇ ਦਰਜ ਹਨ ਔਰ ਕੇਵਲ ਦੋ ਸ਼ਬਦ ਹੀ ਭਗਤ ਜੀ ਦੇ ਉਚਾਰਨ ਕੀਤੇ ਹੋਏ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੁਭਾਇਮਾਨ ਹਨ। ਇਹ ਦੂਸਰਾ ਸ਼ਬਦ ਹੈ। ਦੋਵਾਂ ਸ਼ਬਦਾਂ ਦਾ ਸਿਰਲੇਖ ਸਾਂਝਾ ਹੈ। ਰਾਗ ਸੋਰਠ, ਬਾਣੀ ਭਗਤ ਭੀਖਨ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਦੂਸਰਾ ਸ਼ਬਦ ਜਿਸ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 659 ਉੱਤੇ ਸੁਭਾਇਮਾਨ ਹੈ। ਸੋਰਠ ਰਾਗ ਦੇ ਵਿੱਚ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਭਗਤ ਜੀ ਨੇ ਫਰਮਾਇਆ ਹੈ, ਇੱਕ ਐਸੀ ਮਨੋ ਅਵਸਥਾ ਦਾ ਜ਼ਿਕਰ ਕੀਤਾ ਹੈ, ਇੱਕ ਐਸੇ ਪੱਧਰ ਦੀ ਵਿਆਖਿਆ ਕੀਤੀ ਹੈ ਜਿਸ ਨੂੰ ਪਰਮੇਸ਼ਰ ਦੇ ਰਾਹ ਦੇ ਉੱਤੇ ਤੁਰਨ ਵਾਲੇ, ਅਕਾਲ ਪੁਰਖ ਦੇ ਨਾਮ ਨਾਲ, ਬੰਦਗੀ ਨਾਲ, ਇਬਾਦਤ ਨਾਲ ਜੁੜਨ ਵਾਲੇ ਮਾਣਦੇ ਹਨ। ਬਾਣੀ ਦਰਅਸਲ ਉਹਨਾਂ ਮਹਾਨ ਸਤਿਪੁਰਖਾਂ ਦਾ ਆਪਣਾ ਅਨੁਭਵ ਹੈ ਔਰ ਕਮਾਇਆ ਹੋਇਆ ਤਜਰਬਾ ਹੈ।
ਜਿਸ ਦੀ ਸਾਂਝ ਉਹਨਾਂ ਨੇ ਸਾਡੇ ਨਾਲ ਪਾਈ ਤੇ ਸਾਨੂੰ ਦੱਸਿਆ ਕਿ ਇਸ ਜੀਵਨ ਨੂੰ ਤੁਸੀਂ ਵੀ ਹੇ ਸੰਸਾਰ ਦੇ ਲੋਕੋ ਜੀਣ ਦਾ ਯਤਨ ਕਰੋ। ਤੁਸੀਂ ਵੀ ਇਸ ਆਨੰਦ ਨੂੰ ਮਾਣਨ ਦੀ ਕੋਸ਼ਿਸ਼ ਕਰੋ। ਤੁਸੀਂ ਵੀ ਇਹ ਮਸ਼ੱਕਤ ਘਾਲੋ, ਇਹ ਅਭਿਆਸ ਕਰੋ ਆਪਣੇ ਜੀਵਨ ਅੰਦਰ, ਤਾਂ ਕਿ ਉਹਨਾਂ ਮਾਨਸਿਕ ਆਤਮਿਕ ਉਲਝਣਾਂ ਤੋਂ ਤੁਸੀਂ ਵੀ ਮੁਕਤ ਹੋ ਸਕੋ, ਜਿਹੜੀਆਂ ਪਰਮੇਸ਼ਰ ਦੇ ਗੁਣਾਂ ਨੂੰ, ਨਾਮ ਨੂੰ ਕਮਾ ਕੇ ਜਿਨ੍ਹਾਂ ਤੋਂ ਮੁਕਤ ਹੋਇਆ ਜਾ ਸਕਦਾ। ਤੋ ਇਸ ਮੁਬਾਰਕ ਸ਼ਬਦ ਦਾ ਜੋ ਰਹਾਉ ਵਾਲਾ ਬੰਦ ਹੈ, ਹਰ ਗੁਣ ਕਹਤੇ, ਹਰੀ ਦੇ ਗੁਣਾਂ ਨੂੰ ਕਹਿੰਦੇ ਆ। ਰੱਬੀ ਸਿਫਤ ਸਲਾਹ ਨਾਲ ਜੁੜਿਆ ਪਰਮੇਸ਼ਰ ਦੀ ਇਬਾਦਤ ਬੰਦਗੀ ਤੇ ਰੱਬੀ ਗੁਣਾਂ ਦਾ ਆਪਣੇ ਹਿਰਦੇ ਵਿੱਚ ਵਾਸ ਕਰਕੇ ਜਿਹੜੀ ਮਨੋਵਸਥਾ, ਜਿਹੜੀ ਸੁਰਤ ਬਣਦੀ ਹੈ, ਜਿਹੜਾ ਜੀਵਨ ਦਾ ਪੱਧਰ ਘੜਿਆ ਜਾਂਦਾ ਹੈ, ਕਹਿਣ ਨਾ ਜਾਈ। ਉਸ ਨੂੰ ਸ਼ਬਦਾਂ ਦੇ ਰਾਹੀਂ, ਲਫ਼ਜ਼ਾਂ ਦੇ ਰਾਹੀਂ ਮੁਕੰਮਲ ਰੂਪ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਨੂੰ ਜੇ ਕੋਈ ਕਹੇ ਵੀ ਤੁਸੀਂ ਉਹਨੂੰ ਪੂਰਨ ਰੂਪ ਵਿੱਚ ਐਕਸਪਲੇਨ ਕਰਕੇ ਸਾਨੂੰ ਦੱਸ ਦਿਓ ਵੀ ਕੀ ਹੈ, ਜਾਂ ਤੁਸੀਂ ਉਹਦੇ ਉੱਤੇ ਕੋਈ ਫਾਰਮੂਲਾ ਲਾਉਣਾ ਚਾਹੋ ਵੀ 2 ਤੇ 2 4 ਵਾਂਗ ਕੋਈ ਐਸਾ ਫਾਰਮੂਲਾ ਘੜ ਕੇ ਦੱਸ ਦਿਓ ਵੀ ਜਿਸ ਨਾਲ ਇਸ ਨੂੰ ਸਮਝਿਆ ਜਾ ਸਕੇ, ਬੁੱਧੀ ਦੇ ਤਲ ਉੱਤੇ ਜਾਣਿਆ ਜਾ ਸਕੇ ਵੀ ਇਹ ਕੀ ਹੈ ਚੀਜ਼, ਕਿਸ ਤਰ੍ਹਾਂ ਦਾ ਜੀਵਨ ਹੈ। ਜਿਸ ਵਿੱਚ ਆਨੰਦ ਹੈ ਤੇ ਉਸ ਆਨੰਦ ਨੂੰ ਤੁਸੀਂ ਡਿਫਾਈਨ ਕਰੋ, ਐਕਸਪਲੇਨ ਕਰੋ ਵੀ ਕਿਵੇਂ ਦਾ ਹੈ ਉਹ। ਉਸ ਨੂੰ ਭਗਤ ਜੀ ਆਖਦੇ ਨੇ ਵੀ ਸ਼ਬਦਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ, ਉਹ ਸ਼ਬਦਾਂ ਦੀ ਗਹਿਰੇ ਤਲ ਤੋਂ ਵੀ ਪਰੇ ਹੈ। ਉਸ ਨੂੰ ਜਿਵੇਂ ਅਸੀਂ ਮਹਾਰਾਜ ਦੀ ਪਾਵਨ ਬਾਣੀ 'ਚੋਂ ਵਾਕ ਪੜ੍ਹਦੇ ਹਾਂ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ, ਉਹਨਾਂ ਨੇ ਇੱਕ ਅਵਸਥਾ ਦੱਸੀ ਮੰਨਣ ਵਾਲਾ, ਉਸ ਨੂੰ ਮੰਨੇ ਲਿਖਿਆ। ਮੰਨੇ ਕੀ ਗਤ, ਗਤ ਮਤਲਬ ਹੁੰਦਾ ਹੈ ਅਵਸਥਾ, ਲੈਵਲ, ਪੱਧਰ। ਕਹਿੰਦੇ ਨੇ ਜਿਸ ਨੇ ਮਨ ਕਰਕੇ ਉਸ ਨੂੰ ਮੰਨ ਲਿਆ ਹੈ, ਉਸ ਦੀ ਗਤ, ਉਸ ਦੀ ਅਵਸਥਾ ਕਹੀ ਨਹੀਂ ਜਾ ਸਕਦੀ, ਐਕਸਪਲੇਨ ਨਹੀਂ ਕੀਤੀ ਜਾ ਸਕਦੀ, ਕਹੀ ਨਾ ਜਾਏ। ਪਰ ਨਾਲ ਹੀ ਇੱਕ ਸ਼ਬਦ ਹੋਰ ਲਿਖਿਆ, ਕਹਿੰਦੇ ਜੇ ਕੋ ਕਹੇ, ਜੇ ਕੋਈ ਕਹਿਣ ਦਾ ਯਤਨ ਕਰੇ, ਕੋਸ਼ਿਸ਼ ਕਰੇ ਵੀ ਚਲੋ ਮੈਂ ਤੁਹਾਨੂੰ ਦੱਸਦਾ ਵੀ ਅਸਲ ਗੱਲ ਕੀ ਹੈ, ਜੇ ਉਹ ਕਹਿਣ ਦਾ ਯਤਨ ਕਰਦਾ ਹੈ ਨਾ ਤੇ ਉਹ ਸ਼ਬਦ ਬੜੇ ਛੋਟੇ ਨੇ, ਉਹ ਬੜੀ ਉਰੇ ਦੀ ਗੱਲ ਕਰਦਾ, ਬੜੀ ਉਰੇ ਦੀ। ਲਫ਼ਜ਼ ਜਿਹੜੇ ਨੇ, ਸ਼ਬਦ ਜਿਹੜੇ ਨੇ, ਉਹਨਾਂ ਦੀ ਆਪਣੀ ਇੱਕ ਹੱਦ ਹੈ, ਇੱਕ ਸੀਮਾ ਹੈ। ਜੇ ਉਹ ਕਹਿਣ ਦਾ ਯਤਨ ਵੀ ਕਰੇ ਤੇ ਬਾਅਦ ਵਿੱਚ ਉਹਨੂੰ ਆਪਣੇ ਆਪ ਉੱਤੇ, ਆਪਣੀ ਉਸ ਹਉਮੈ ਉੱਤੇ ਜਿਹੜੀ ਉਹਨੇ ਕਾਹਲ ਕੀਤੀ ਹੁੰਦੀ, ਉਹਦੇ ਉੱਤੇ ਪਛਤਾਵਾ ਹੁੰਦਾ ਵੀ ਮੈਂ ਐਵੇਂ ਹੀ ਆਪਣੀ ਹਉਮੈ ਦਾ ਵਿਖਾਵਾ ਕਰਨ ਲਈ ਦਾਵਾ ਬੰਨ੍ਹ ਦਿੱਤਾ ਵੀ ਆ ਜੋ ਮੈਂ ਕਿਹਾ ਸਹੀ, ਕਿ ਇਹਦੋਂ ਅੱਗੇ ਕੱਖ ਨਹੀਂ, ਨਾ ਜੋ ਮੈਂ ਕਹਿ ਦਿੱਤਾ ਹੈ ਇਹੀ ਫਾਈਨਲ ਮੈਂ ਵਿਖਿਆਨ ਕਰ ਦਿੱਤਾ ਹੈ। ਤਾਂ ਉਸ ਨੂੰ ਉਹਦੀ ਇਸ ਬੌਧਿਕ ਚਤੁਰਾਈ ਕਰਕੇ ਪਛਤਾਵੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਗਦ ਕਲਮ ਨਾਲ ਲਿਖਣਹਾਰ, ਕਾਗਦ ਉੱਤੇ ਦੱਦੇ ਨੂੰ ਸਿਆਰੀ, ਕਾਗਦ ਉੱਤੇ ਕਲਮ ਨਾਲ ਵੀ ਉਸ ਨੂੰ ਉਕਰਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਉਸ ਮੰਨੇ ਹੋਏ ਦਾ ਜੇ ਕੋਈ ਬਹਿ ਕੇ ਵੀ ਆਪਸ ਵਿੱਚ ਸੰਵਾਦ ਕਰੇ, ਡਿਬੇਟਾਂ ਕਰੇ, ਬਿਆਨ ਕਰਨ ਦੀ ਕੋਸ਼ਿਸ਼ ਕਰੇ ਵੀ ਚਲੋ ਰਲ ਕੇ ਕਰ ਲਈਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਜੇ ਕੋਈ ਮਨ ਕਰਕੇ ਮੰਨ ਲਵੇ, ਐਸਾ ਹੈ ਉਸ ਦਾ ਨਿਰੰਜਨ, ਮਾਇਆ ਦੇ ਪ੍ਰਭਾਵ ਤੋਂ ਮੁਕਤ ਪਰਮੇਸ਼ਰ ਦਾ ਨਾਮ। ਜਿਵੇਂ ਇੱਕ ਆਪਾਂ ਇਹਨੂੰ ਥੋੜਾ ਹੋਰ ਸੌਖੇ ਢੰਗ ਨਾਲ ਜਾਣਨ ਦੀ ਕੋਸ਼ਿਸ਼ ਕਰੀਏ। ਇੱਕ ਮਨੁੱਖ ਨਿਮਰਤਾ, ਧੀਰਜ, ਇਹਨਾਂ ਗੁਣਾਂ ਨੂੰ ਕਮਾਉਂਦਾ ਹੈ ਤੇ ਉਹਦੇ ਸੁਭਾਅ ਵਿਹਾਰ ਵਿੱਚ ਨਿਮਰਤਾ ਹੈ, ਧੀਰਜ ਹੈ, ਟਿਕਾਊ ਹੈ। ਹੁਣ ਸਾਡੇ ਅੰਦਰ ਹੰਕਾਰ ਹੋਵੇ ਤੇ ਕਾਹਲ ਹੋਵੇ, ਹਰ ਗੱਲ 'ਚ ਅਸੀਂ ਕਾਹਲੇ ਪੈ ਕੇ ਅੱਗੇ ਅੱਗੇ ਹੋਣ ਦੀ ਕੋਸ਼ਿਸ਼ ਕਰੀਏ, ਇਹਨੂੰ ਅਸੀਂ ਕਹਿੰਦੇ ਹਾਂ ਵੀ ਹੰਕਾਰ ਤੇ ਕਾਹਲ ਜਿਹੜੀ ਹੈ ਉਹ ਸਾਨੂੰ ਬਾਰ-ਬਾਰ ਮਜਬੂਰ ਕਰਦੀ ਹੈ ਵੀ ਤੂੰ ਹੀ ਸਾਰੀ ਥਾਂ ਹੋ। ਤੇ ਸਾਨੂੰ ਕੀ ਲੱਗਦਾ ਹੁੰਦਾ ਕਈ ਵਾਰ ਵੀ ਜਿਹੜਾ ਧੀਰਜ ਵਾਲਾ ਬੰਦਾ ਹੈ, ਨਿਮਰਤਾ ਵਾਲਾ ਬੰਦਾ ਹੈ, ਉਸ ਮਨੁੱਖ ਦੇ ਅੰਦਰ ਜਿਹੜਾ ਟਿਕਾਊ ਹੈ,
ਉਹਦੀ ਕੀਮਤ ਹੰਕਾਰੀ ਤੇ ਕਾਹਲ ਕਰਨ ਵਾਲਾ ਬੰਦਾ ਪਾ ਸਕਦਾ ਕਦੇ? ਉਹ ਐਕਸਪਲੇਨ ਕਰ ਸਕਦਾ ਉਹਦੀ ਮਨੋ ਅਵਸਥਾ ਨੂੰ, ਜਿੰਨਾ ਸਕੂਨ ਉਹ ਪਾ ਰਿਹਾ। ਹੰਕਾਰੀ ਨੂੰ ਹਰ ਜਗ੍ਹਾ ਦੇ ਉੱਤੇ ਇਹ ਪ੍ਰੈਸ਼ਰ ਰਹੇਗਾ ਉਹਦੇ ਮਨ ਦੇ ਉੱਤੇ ਵੀ ਮੈਂ ਅੱਗੇ ਕਿਉਂ ਨਹੀਂ, ਮੈਂ ਕਿਉਂ ਨਹੀਂ ਹੋਇਆ। ਜਿੱਥੇ ਮੈਂ ਨਹੀਂ ਅੱਗੇ ਹੋ ਸਕਿਆ ਉਹਦਾ ਪਛਤਾਵਾ ਹੈ, ਤੇ ਜਿੱਥੇ ਉਹਨੂੰ ਮੌਕਾ ਬਣਦਾ ਉਹਦੇ ਅੰਦਰ ਇਹ ਵੀ ਪ੍ਰੈਸ਼ਰ ਬਣਿਆ ਰਹਿੰਦਾ ਵੀ ਮੈਂ ਅੱਗੇ ਜਾਵਾਂ। ਉਹ ਹਰ ਵੇਲੇ ਕਿੰਨਾ ਭਾਰ ਢਾਉਂਦਾ ਆਪਣੇ ਮਨ ਉੱਤੇ। ਉਹ ਜਿਹੜੀ ਅੰਦਰ ਦੀ ਤਕਲੀਫ ਉਹ ਸਹਿਣ ਕਰਦਾ ਹੈ ਕਾਹਲ ਕਰਕੇ, ਹੰਕਾਰ ਕਰਕੇ, ਉਹਨੂੰ ਉਹੀ ਜਾਣਦਾ ਹੈ। ਉਹ ਵੱਖਰੀ ਗੱਲ ਹੈ ਵੀ ਸਾਨੂੰ ਬਹੁਤੀ ਵਾਰ ਪਤਾ ਨਹੀਂ ਲੱਗਦਾ, ਕਿਉਂਕਿ ਅਸੀਂ ਭਾਰ ਚੁੱਕਣ ਦੇ ਆਦੀ ਜੋ ਹੋ ਜਾਂਦੇ ਹਾਂ। ਸੁਭਾਅ ਬਣ ਜਾਂਦਾ ਹੈ ਨਾ ਸਾਡਾ ਭਾਰ ਚੁੱਕ ਚੁੱਕ ਕੇ ਜੀਵਨ ਵਿੱਚ ਤੁਰਨ ਦਾ। ਇਸ ਕਰਕੇ ਹਉਮੈ ਦਾ ਭਾਰ ਅਸੀਂ ਇੰਨਾ ਚੁੱਕਦੇ ਹਾਂ, ਕਾਹਲ ਦਾ ਭਾਰ ਅਸੀਂ ਇੰਨਾ ਚੁੱਕਦੇ ਹਾਂ ਵੀ ਉਹ ਭਾਰ ਹੌਲੀ 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 ਚੁੱਕਣਾ ਸਾਡੀ ਆਦਤ ਬਣ ਜਾਂਦਾ। ਤੇ ਜਿਹੜਾ ਸਾਨੂੰ ਇਹ ਕਹੇ ਵੀ ਇਹ ਭਾਰ ਲਾ ਦਿਓ, ਸਾਨੂੰ ਲੱਗਦਾ ਫਜ਼ੂਲ ਦੀ ਗੱਲ ਕਰਦਾ ਹੈ, ਕੋਈ ਗੱਲ ਹੋਈ? ਕਿਉਂਕਿ ਅਸੀਂ ਉਸ ਭਾਰ ਨੂੰ ਚੁੱਕਣ ਦੀ ਆਦਤ ਬਣਾ ਬੈਠੇ ਹੁੰਦੇ ਆਪਣੀ ਜ਼ਿੰਦਗੀ ਵਿੱਚ। ਤੇ ਜੇ ਕਿਤੇ ਸਾਨੂੰ ਅਹਿਸਾਸ ਹੋ ਜਾਏ ਵੀ ਆਹ ਜਿਹੜਾ ਬੋਝ ਅਸੀਂ ਚੁੱਕਿਆ ਇਹ ਵਾਧੂ, ਇਹਨੂੰ ਲਾ ਕੇ ਸੁੱਟ ਕੇ ਵੇਖੀਏ ਭਲਾ ਵੀ ਕਿਵੇਂ ਜ਼ਿੰਦਗੀ, ਜੀਵਨ ਕਿਵੇਂ ਦਾ ਗੁਜ਼ਰਦਾ ਹੈ। ਤੇ ਜੇ ਅਸੀਂ ਦੂਜੇ ਪਹਿਲੂ ਨੂੰ ਵੀ ਵਿਚਾਰ ਲਈਏ ਜਿਹੜਾ ਸਾਨੂੰ ਰੱਬ ਦੇ ਬੰਦੇ, ਪਰਮੇਸ਼ਰ ਦੇ ਪਿਆਰੇ ਦੱਸਦੇ ਨੇ, ਫਿਰ ਸਾਨੂੰ ਉਹਨਾਂ ਦੀ ਕਦਰ ਆਉਂਦੀ ਹੈ ਵੀ ਇਹ ਤਾਂ ਸੱਚਮੁੱਚ ਹੀ ਸਾਨੂੰ ਇਸ ਹਨੇਰੇ ਚੋਂ ਕੱਢਣ ਵਾਲੇ ਨੇ। ਫਿਰ ਸਾਨੂੰ ਉਹਨਾਂ ਦੀ ਅਸਲ ਇੱਜ਼ਤ ਕਰਨੀ ਆਉਂਦੀ ਹੈ। ਨਹੀਂ ਤਾਂ ਅਸੀਂ ਸੰਸਾਰ ਦੀ ਦੇਖਾ ਦੇਖੀ ਚੁੱਕਦੇ ਹਾਂ। ਫਿਰ ਉਹ ਜਿਹੜਾ ਸਤਿਕਾਰ ਉਹ ਤਾਂ ਸੱਚਮੁੱਚ ਹੀ ਤੁਹਾਡਾ ਅਨੁਭਵ ਦੇ ਵਿੱਚੋਂ ਆਉਂਦਾ ਹੈ ਨਾ, ਕਿ ਤੁਸੀਂ ਉਸ ਚੀਜ਼ ਨੂੰ ਜੀ ਕੇ ਵੇਖਿਆ ਹੁੰਦਾ ਹੈ। ਫਿਰ ਤੁਹਾਡੇ ਲਈ ਇੱਕ ਭਗਤ ਦੇ ਮਾਇਨੇ ਵੱਖਰੇ ਹੋ ਜਾਂਦੇ ਨੇ। ਹੁਣ ਆਪਾਂ ਕਿਸੇ ਨੂੰ ਵੀ ਸੰਸਾਰ ਵਿੱਚ ਪੁੱਛੀਏ ਭਗਤ ਕਬੀਰ ਜੀ ਕਿਹੋ ਜਿਹੇ ਸਨ, ਹੁਣ ਜਿਹਨੇ ਉਹਨਾਂ ਦੀ ਬਾਣੀ ਪੜ੍ਹੀ ਹੈ ਕੇਵਲ ਬੌਧਿਕ ਤਲ ਤੇ, ਮੇਰੇ ਵਰਗੇ ਬੰਦੇ ਨੇ, ਉਹ ਕਹੇਗਾ ਬੜੇ ਵੱਡੇ ਗਿਆਨੀ ਸਨ, ਉਹਨਾਂ ਬੜਾ ਕੁਝ ਲਿਖਿਆ ਆਪਣੇ ਸ਼ਬਦਾਂ ਵਿੱਚ, ਗੱਲ ਖਤਮ ਕਰਦਾ ਹੈਗਾ। ਜਿਸ ਨੇ ਉਹਨਾਂ ਦੀ ਬਾਣੀ ਵੀ ਨਹੀਂ ਪੜ੍ਹੀ ਕਹੇਗਾ ਜੀ ਬੜੇ ਵੱਡੇ ਭਗਤ ਰੱਬ ਦੇ ਬੰਦੇ ਸਨ, ਬੜੇ ਨੇਕ ਨੇ, ਬੜੀ ਸ਼ੋਭਾ ਸੰਸਾਰ 'ਚ ਉਹਨਾਂ ਦੀ ਹੋ ਰਹੀ ਹੈ। ਸਾਡੀ ਇਹ ਜਿਹੜੀ ਭਗਤ ਕਬੀਰ ਜੀ ਦੇ ਬਾਰੇ ਧਾਰਨਾ ਹੈ ਇਹ ਕੇਵਲ ਬਾਹਰੀ ਬਾਹਰੀ ਹੈ। ਅਸੀਂ ਕਬੀਰ ਜੀ ਨੂੰ ਉਸ ਰੂਪ ਵਿੱਚ ਨਹੀਂ ਤੱਕਿਆ, ਨਾਮਦੇਵ ਸਾਹਿਬ ਮਹਾਰਾਜ ਨੂੰ ਉਸ ਰੂਪ ਵਿੱਚ ਨਹੀਂ ਤੱਕਿਆ, ਭਗਤ ਰਵਿਦਾਸ ਜੀ ਨੂੰ ਉਸ ਰੂਪ ਵਿੱਚ ਨਹੀਂ ਤੱਕਿਆ ਜਿਹੜਾ ਉਹਨਾਂ ਦਾ ਅਸਲ ਰੂਪ ਹੈ। ਇਹ ਤਾਂ ਅਸੀਂ ਇੱਕ ਦੂਜੇ ਦੀ ਵਿਆਖਿਆ ਤੋਂ ਹੀ ਪ੍ਰਭਾਵ ਲਿਆ ਹੈ ਨਾ। ਮੰਨ ਲਓ ਜੇ ਕਬੀਰ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਸੱਚਮੁੱਚ ਹੀ ਮੈਂ ਜੀ ਕੇ ਵੇਖਾਂ ਤੇ ਫਿਰ ਮੇਰੇ ਅੰਦਰ ਜਿਹੜਾ ਸਤਿਕਾਰ ਪੈਦਾ ਹੋਣਾ ਹੈ ਨਾ, ਉਹ ਦੇਖਾ ਦੇਖੀ ਜਾਂ ਦੂਜੇ ਤੋਂ ਸੁਣ ਕੇ ਜਾਂ ਦੂਜੇ ਤੋਂ ਪੜ੍ਹ ਕੇ ਜਾਂ ਦੂਜੇ ਵੱਲ ਵੇਖ ਕੇ ਪੈਦਾ ਨਹੀਂ ਹੋਣਾ। ਉਦੋਂ ਮੇਰੇ ਲਈ ਕਬੀਰ ਜੀ ਦੇ ਅਰਥ ਹੋਰ ਹੋਣਗੇ, ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਅਰਥ ਹੋਰ ਹੋਣਗੇ। ਕਿਸੇ ਵੀ ਐਸੇ ਮਹਾਨ ਸਤਿਪੁਰਖ ਦੇ ਜੀਵਨ ਦੇ ਅਰਥ ਮੇਰੇ ਲਈ ਉਹ ਜਿਹੜੀ ਰਿਸਪੈਕਟ ਹੈ, ਉਹ ਜਿਹੜਾ ਸਤਿਕਾਰ ਹੈ, ਉਹ ਤੁਸੀਂ ਉਹਨਾਂ ਦੇ ਜੀਵਨ ਤੋਂ ਗ੍ਰਹਿਣ ਕੀਤਾ ਹੈ। ਤੁਸੀਂ ਉਹਨੂੰ ਜੀ ਕੇ ਵੇਖਿਆ ਵੀ ਉਹ ਤਾਂ ਸੱਚਮੁੱਚ ਹੀ ਬੜੀ ਅਲੱਗ, ਬੜੀ ਉੱਚੀ ਤੇ ਬੜੀ ਪਹੁੰਚੀ ਹੋਈ ਹਸਤੀ ਨੇ। ਤੁਹਾਨੂੰ ਉਹਨਾਂ ਦਾ ਵੱਖਰਾ ਰੂਪ, ਵੱਖਰੀ ਦਿੱਖ ਨਜ਼ਰ ਆਏਗੀ। ਉਹ ਜਿਹੜਾ ਅਦਬ ਹੈ, ਉਹ ਜਿਹੜਾ ਸਤਿਕਾਰ ਕਿਉਂ ਹੈ? ਕਿਉਂਕਿ ਤੁਹਾਨੂੰ ਲੱਗੇਗਾ ਮੇਰੇ ਤਾਂ ਹਨੇਰੇ ਦੂਰ ਕਰ ਦਿੱਤੇ, ਮੇਰਾ ਅੰਧਕਾਰ ਚੁੱਕ ਦਿੱਤਾ, ਮੇਰਾ ਬੋਝ ਲਾ ਦਿੱਤਾ ਸੁਰਤ ਤੋਂ, ਮੈਨੂੰ ਜਿਹੜਾ ਜੀਵਨ ਇਹਨਾਂ ਨੇ ਬਖਸ਼ਿਆ ਹੈ ਉਸ ਜੀਵਨ ਦੀ ਮਹਿਮਾ ਹੀ ਵੱਖਰੀ ਹੈ, ਵਡਿਆਈ ਹੀ ਵੱਖਰੀ ਹੈ। ਬਸ ਇਹ ਫਰਕ ਪੈਂਦਾ ਹੈ। ਪਰ ਜੇ ਅਸੀਂ ਉਹਨਾਂ ਤੰਗੀਆਂ ਤੁਰਸ਼ੀਆਂ ਵਿੱਚ ਹੀ ਜੀਣਾ ਸਿੱਖਦੇ ਹਾਂ, ਜਾਂ ਭਾਰ ਚੁੱਕ ਕੇ, ਜਾਂ ਈਰਖਾ ਦਵੈਸ਼, ਜੇ ਉਹਨਾਂ ਚੀਜ਼ਾਂ 'ਚ ਅਸੀਂ ਜੀਣਾ ਸਿੱਖ ਰਹੇ ਹਾਂ ਤੇ ਉਹ ਚੀਜ਼ਾਂ ਨੂੰ ਅਸੀਂ ਪਾਰਟ ਆਫ ਲਾਈਫ ਬਣਾ ਲਿਆ, ਜੀਵਨ ਦਾ ਹਿੱਸਾ ਬਣਾ ਕੇ ਤੁਰੇ ਹਾਂ, ਸਾਨੂੰ ਆਦਤ ਬਣ ਗਈ ਉਹਨਾਂ ਚੀਜ਼ਾਂ 'ਚ ਜੀਣ ਦੀ, ਤੇ ਹੋ ਸਕਦਾ ਸਾਨੂੰ ਰੱਬ ਦੇ ਪਿਆਰੇ ਬੁਰੇ ਵੀ ਲੱਗਣ, ਤੇ ਲੱਗਦੇ ਨੇ, ਇਸੇ ਕਰਕੇ ਹੀ ਲੱਗਦੇ ਨੇ, ਹੋਰ ਕੋਈ ਕਾਰਨ ਨਹੀਂ ਹੁੰਦਾ। ਜ਼ਰਾ ਸੋਚੋ, ਜੇ ਕਬੀਰ ਸਾਹਿਬ ਨੂੰ ਦੁਨੀਆ ਨੇ ਕੁਝ ਨਾ ਕੁਝ ਕਿਹਾ, ਮਾੜਾ ਕਿਹਾ, ਜਾਂ ਉਹਨਾਂ ਨਾਲ ਧੱਕਾ ਕੀਤਾ ਹੈ, ਭਗਤ ਨਾਮਦੇਵ ਸਾਹਿਬ ਨਾਲ ਵੀ ਕੀਤਾ ਹੈ, ਸਾਰੇ ਰੱਬ ਦੇ ਬੰਦਿਆਂ ਨਾਲ ਜਗਤ ਵਿੱਚ ਇਹ ਕੁਝ ਵਾਪਰਦਾ ਹੈ। ਜਦੋਂ ਅਸੀਂ ਕਹਿੰਦੇ ਨਾ ਸੱਚੇ ਬੰਦੇ ਨੂੰ ਇਸ ਸੰਸਾਰ ਦੇ ਅੰਦਰ ਬੜੇ ਦੁੱਖ ਸਹਿਣੇ ਪੈਂਦੇ ਨੇ, ਤੇ ਜ਼ਰਾ ਸੋਚਿਆ ਕਰੋ ਵੀ ਉਹ ਦੁੱਖ ਦਿੰਦਾ ਕੌਣ ਹੈ? ਕੋਈ ਜ਼ਮੀਨ ਦਾ ਰੌਲਾ ਥੋੜੀ ਹੈ, ਕੋਈ ਵੰਡ ਵਿਹਾਰ ਥੋੜੀ ਹੈ।
ਉਹ ਦੁੱਖ ਦੇਣ ਵਾਲੇ ਅਸਲ ਵਿੱਚ ਜਿਹੜੇ ਤੰਗੀਆਂ ਤੁਰਸ਼ੀਆਂ ਦੇ ਸ਼ਿਕਾਰ ਹੁੰਦੇ ਨੇ, ਜਿਨ੍ਹਾਂ ਨੂੰ ਸਮਝ ਹੀ ਨਹੀਂ ਪੈਂਦੀ ਵੀ ਇਹ ਲੋਕ ਕਹਿ ਕੀ ਰਹੇ ਨੇ, ਇਹ ਕੀ ਚਾਹੁੰਦੇ ਨੇ, ਕੀ ਸਾਨੂੰ ਵੰਡਣਾ, ਕੀ ਦੇਣਾ। ਉਹਨਾਂ ਨੂੰ ਲੱਗਦਾ ਜਦੋਂ ਉਹ ਹਉਮੈ ਦੀ ਗੱਲ ਕਰਨਗੇ ਤੇ ਉਹਨਾਂ ਦੀ ਹਉਮੈ ਨੂੰ ਸੱਟ ਵੱਜੇਗੀ, ਉਹ ਤਿਲ ਮਿਲਾ ਉੱਠਣਗੇ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਜੀਵਨ ਬਾਰੇ ਖਬਰ ਹੀ ਨਹੀਂ ਹੁੰਦੀ, ਉਹਨਾਂ ਦੇ ਸੱਚ ਬਾਰੇ ਖਬਰ ਹੀ ਨਹੀਂ ਹੁੰਦੀ, ਉਹਨਾਂ ਦੇ ਧਰਮ ਬਾਰੇ ਗਿਆਨ ਹੀ ਨਹੀਂ ਹੁੰਦਾ। ਉਹ ਆਪਣੀ ਅਗਿਆਨਤਾ ਨੂੰ ਢੋਈ ਰੱਖਣ ਦਾ ਆਹਰ ਕਰਦੇ ਰਹਿੰਦੇ ਨੇ, ਕੋਸ਼ਿਸ਼ ਕਰਦੇ ਰਹਿੰਦੇ ਨੇ, ਔਰ ਉਹਨਾਂ ਨੂੰ ਇਹ ਹੁੰਦਾ ਹੈ ਵੀ ਇਹ ਅਗਿਆਨਤਾ ਤਾਂ ਚੰਗੀ ਚੀਜ਼ ਹੈ, ਕਿਉਂਕਿ ਗਿੱਝ ਗਏ ਨੇ, ਆਦਤ ਬਣ ਗਈ ਹੈ ਉਹਦੇ ਵਿੱਚ ਜੀਣਾ ਰਹਿਣਾ, ਉਹ ਭਾਰ ਨੂੰ ਢੋਣਾ। ਤਾਂ ਬਿਰਤੀਆਂ ਦਾ ਟਕਰਾਅ ਹੈ, ਗਿਆਨ ਔਰ ਅਗਿਆਨ ਦਾ ਟਕਰਾਅ ਹੈ। ਤਾਂ ਉਸ ਜਗ੍ਹਾ ਦੇ ਉੱਤੇ ਜਿਸ ਵੇਲੇ ਉਸ ਮਨੋਵਸਥਾ ਦੀ, ਉਸ ਸੁਰਤ ਦੀ ਗੱਲ ਕੀਤੀ ਹੈ, ਭਗਤ ਜੀ ਕਹਿੰਦੇ ਨੇ ਵੀ ਉਹਨੂੰ ਜੇ ਕੋਈ ਸ਼ਬਦਾਂ ਰਾਹੀਂ, ਉਹਨੂੰ ਤਾਂ ਜੀ ਕੇ ਉਹਦਾ ਆਨੰਦ ਮਾਣਿਆ ਜਾ ਸਕਦਾ। ਵੀ ਉਹਨੂੰ ਜੇ ਕੋਈ ਮੰਨ ਲਓ, ਮੈਂ ਇੱਕ ਉਦਾਹਰਣ ਦੇਣਾ, ਤੁਸੀਂ ਇੱਕ ਬੜੇ ਸੁੰਦਰ ਬਗੀਚੇ ਵਿੱਚ ਖੂਬਸੂਰਤ ਖਿੜੇ ਹੋਏ ਫੁੱਲਾਂ ਦੇ ਕੋਲ ਖੜੇ ਹੋ, ਉਹਦੇ ਵਿੱਚੋਂ ਸੁਗੰਧੀ ਆ ਰਹੀ ਹੈ ਤੇ ਤੁਸੀਂ ਉਸ ਸੁਗੰਧੀ ਨੂੰ ਮਾਣਦੇ ਹੋ, ਤਾਂ ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ ਹੈ? ਦੂਰ ਖੜਾ ਬੰਦਾ ਜਿਹੜਾ ਉਸ ਸੁਗੰਧੀ ਦੀ ਰੇਂਜ ਤੋਂ ਪਰੇ ਖੜਾ ਹੈ, ਤੁਸੀਂ ਉਹਨੂੰ ਆਵਾਜ਼ ਦੇ ਕੇ ਕਹਿੰਦੇ ਹੋ ਵੀ ਇਸ ਫੁੱਲ ਦੇ ਵਿੱਚੋਂ ਕਮਾਲ ਦੀ ਸੁਗੰਧੀ ਆ ਰਹੀ ਹੈ। ਉਹਦੇ ਤੱਕ ਹੁਣ ਸੁਗੰਧ ਨਹੀਂ ਜਾ ਰਹੀ ਕਿਉਂਕਿ ਉਹ ਰੇਂਜ ਤੋਂ ਬਾਹਰ ਹੈ, ਦੂਰ ਖੜਾ ਹੈ। ਉਹ ਤੁਹਾਨੂੰ ਪੁੱਛੇ ਵੀ ਕਿਵੇਂ ਦੀ ਇਹ ਸੁਗੰਧੀ, ਕੀ ਤੁਹਾਡੇ ਕੋਲ ਐਕਸਪਲੇਨ ਕਰਨ ਲਈ ਲਫ਼ਜ਼ ਹੁੰਦੇ ਨੇ ਆਪਣੀ ਫੀਲਿੰਗ ਨੂੰ, ਵੀ ਤੁਸੀਂ ਕਿਵੇਂ ਉਸ ਸੁਗੰਧੀ ਨੂੰ, ਜਿਸ ਤਰ੍ਹਾਂ ਤੁਸੀਂ ਮਾਣਿਆ, ਉਹਨੂੰ ਕਿਵੇਂ ਐਕਸਪਲੇਨ ਕਰੋਗੇ? ਉਹਨੂੰ ਐਕਸਪਲੇਨ ਕਰਨ ਦਾ ਤੁਹਾਡੇ ਕੋਲ ਕੀ ਸਾਧਨ ਹੈ? ਤੁਸੀਂ ਬਹੁਤਾ ਜ਼ੋਰ ਇਸ ਗੱਲ ਤੇ ਪਤਾ ਲਾਓਗੇ ਵੀ ਉਰੇ ਆ, ਨੇੜੇ ਆ ਕੇ, ਤੂੰ ਵੀ ਨੇੜੇ ਆ, ਤੈਨੂੰ ਪਤਾ ਲੱਗ ਜਾਏਗਾ, ਨਾ ਮੈਨੂੰ ਐਵੇਂ ਸ਼ਬਦ ਲੱਭਣੇ ਪੈਣਗੇ ਤੇ ਨਾ ਇਹ ਮੇਰੇ ਕੋਲੋਂ ਹੋਣਾ ਹੈ। ਤੂੰ ਨੇੜੇ ਆ ਕੇ ਜੋ ਤੂੰ ਇਸ ਸੁਗੰਧੀ ਨੂੰ ਮਾਣ ਕੇ ਜੋ ਫੀਲ ਕਰੇਗਾ, ਜੋ ਤੇਰੇ ਅਹਿਸਾਸ ਹੋਣਗੇ, ਤੈਨੂੰ ਆਪੇ ਹੀ ਬੁੱਝ ਲਏਗਾ ਵੀ ਮੈਂ ਕਿੱਥੋਂ ਗੱਲ ਕਰ ਰਿਹਾ। ਫਿਰ ਤੈਨੂੰ ਸਮਝਾਉਣ ਲਈ ਸ਼ਬਦਾਂ ਦੀ ਲੋੜ ਨਹੀਂ, ਤੇ ਨਾ ਹੀ ਮੈਂ ਸ਼ਬਦ ਜੁਟਾ ਪਾਉਣੇ ਨੇ। ਮੈਂ ਇੰਨਾ ਹੀ ਤੈਨੂੰ ਕਹਿ ਵਡਿਆਈ ਕਰ ਸਕਦਾ ਵੀ ਬਾ ਕਮਾਲ ਸੁਗੰਧੀ ਹੈ, ਬੜਾ ਵਧੀਆ ਫੀਲ ਹੁੰਦਾ ਹੈ। ਪਰ ਫੀਲ ਕਿਵੇਂ ਦਾ ਹੁੰਦਾ ਹੈ, ਉਸ ਕਿਉਂ ਤੇ ਕਿਵੇਂ ਦਾ ਜਵਾਬ ਮੁਕੰਮਲ ਰੂਪ ਵਿੱਚ ਤੁਹਾਡੇ ਕੋਲ ਨਹੀਂ ਹੋਵੇਗਾ। ਤੁਸੀਂ ਉਹਦੀ ਵਡਿਆਈ ਕਰ ਸਕਦੇ ਹੋ ਵੀ ਫੁੱਲ ਖੂਬਸੂਰਤ ਹੈ, ਸੁਗੰਧੀ ਬਹੁਤ ਵਧੀਆ ਹੈ, ਬੜਾ ਚੰਗਾ ਫੀਲ ਹੁੰਦਾ ਹੈ, ਮਨ ਤਰੋ ਤਾਜ਼ਾ ਹੋ ਜਾਂਦਾ ਹੈ, ਤੁਸੀਂ ਉਹਦੀ ਵਡਿਆਈ ਕਰ ਸਕਦੇ ਹੋ। ਪਰ ਉਸ ਫੀਲਿੰਗ ਨੂੰ ਹੂ-ਬ-ਹੂ ਬਿਆਨ ਨਹੀਂ, ਜੋ ਤੁਸੀਂ ਫੀਲ ਕੀਤਾ ਉਹਨੂੰ ਕਹਿ ਨਹੀਂ ਸਕਦੇ। ਇਹੀ ਤੇ ਫਰਕ ਹੈ। ਸ਼ਬਦ ਜਿਹੜੇ ਹਨ ਉਹ ਕੇਵਲ ਟੋਹ ਦੇਣ ਵਾਸਤੇ ਹਨ, ਇਸ਼ਾਰਾ ਮਾਤਰ ਹਨ। ਜੇ ਉਹਨਾਂ ਸ਼ਬਦਾਂ ਦੇ ਮੁਤਾਬਕ ਚੱਲ ਪਈਏ ਉਸ ਰਾਹ ਦੇ ਉੱਤੇ, ਤੇ ਜਿਹੜਾ ਜੀਵਨ ਹਾਸਲ ਕੀਤਾ ਜਾਂਦਾ ਹੈ ਉਹ ਸਾਨੂੰ ਉੱਥੇ ਹੀ ਲੈ ਜਾਂਦਾ ਹੈ ਜਿੱਥੇ ਭਗਤ ਕਬੀਰ ਜੀ ਹਨ, ਜਿੱਥੇ ਭਗਤ ਨਾਮਦੇਵ ਸਾਹਿਬ ਤਥਾ ਦੂਜੇ ਮਹਾਂਪੁਰਖ ਸਤਿਗੁਰੂ ਸਾਹਿਬਾਨ ਹਨ। ਉਹ ਇੱਕ ਰਸਤਾ ਹੈ, ਇੱਕ ਮਾਰਗ ਹੈ। ਇਸ ਲਈ ਭਗਤ ਜੀ ਆਖਦੇ ਨੇ, ਹਰ ਗੁਣ ਕਹਤੇ ਕਹਿਨ ਨਾ ਜਾਈ, ਤੇ ਉਦਾਹਰਣ ਦਿੱਤੀ, ਕਹਿੰਦੇ ਜੈਸੇ ਗੂੰਗੇ ਕੀ ਮਿਠਿਆਈ। ਜਿਹੜਾ ਮਨੁੱਖ ਆਰੀ ਹੋਵੇ, ਅਸਮਰੱਥ ਹੋਵੇ, ਜਿਸ ਕੋਲ ਬੋਲਣ ਦੀ ਸ਼ਕਤੀ ਨਾ ਹੋਵੇ, ਉਹਨੂੰ ਆਪਾਂ ਸੰਸਾਰਕ ਭਾਸ਼ਾ 'ਚ ਗੂੰਗਾ ਕਹਿ ਦਿੰਦੇ ਹਾਂ। ਇਹਦੀ ਬੋਲਣ ਦੀ ਤਾਕਤ ਨਹੀਂ। ਉਸ ਨੂੰ ਤੁਸੀਂ ਮਿੱਠੀ ਚੀਜ਼ ਖਵਾਓ, ਟੇਸਟ ਤਾਂ ਉਹਨੂੰ ਵੀ ਆਉਂਦਾ ਸਾਡੇ ਵਾਂਗ, ਪਰ ਤੁਸੀਂ ਉਹਨੂੰ ਪੁੱਛੋ ਕਿ ਤੈਨੂੰ ਕਿਵੇਂ ਲੱਗਿਆ, ਕਿ ਜੋ ਤੂੰ ਖਾਧਾ ਹੈ ਮਿੱਠਾ, ਤੈਨੂੰ ਕਿਵੇਂ ਲੱਗਿਆ? ਪਰ ਉਹਦੇ ਕੋਲ ਕਿਉਂਕਿ ਬੋਲਣ ਦੀ ਸ਼ਕਤੀ ਨਹੀਂ, ਉਹ ਕਿਵੇਂ ਕਹਿ ਸਕਦਾ? ਸਵਾਦ ਤੇ ਉਹਨੂੰ ਆਇਆ ਹੈ, ਫੀਲ ਤੇ ਉਹਨੇ ਵੀ ਕੀਤਾ ਹੈ ਸਾਡੇ ਵਾਂਗ, ਪਰ ਸਾਡੇ ਕੋਲ ਜ਼ਬਾਨ ਹੈ, ਅਸੀਂ ਕਹਿ ਸਕਦੇ ਬਹੁਤ ਮਿੱਠਾ ਹੈ, ਇਹ ਮਿੱਠਾ ਹੈ ਜਿਹੜਾ ਮੈਂ ਖਾਧਾ ਹੈ, ਪਰ ਉਹ ਨਹੀਂ ਕਹਿ ਸਕਦਾ ਕਿਉਂਕਿ ਉਹਦੇ ਕੋਲ ਬੋਲਣ ਦੀ ਤਾਕਤ ਨਹੀਂ, ਜ਼ਬਾਨ ਕੰਮ ਨਹੀਂ ਕਰਦੀ, ਉਹ ਸ਼ਬਦਾਂ ਰਾਹੀਂ ਕਹਿ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਬਸ ਉਹ ਮਨੋਵਸਥਾ ਐਸੀ ਹੈ ਵੀ ਉੱਥੇ ਤੁਹਾਡੇ ਕੋਲ ਸ਼ਬਦਾਂ ਦੀ ਏਡੀ ਉੱਚੀ ਬਣਤਰ ਹੁੰਦੀ ਹੀ ਨਹੀਂ ਕਿ ਤੁਸੀਂ ਸ਼ਬਦਾਂ ਦੀ ਹੱਦਬੰਦੀ ਵਿੱਚ ਵਾਕ ਬਣਤਰ ਬਣਾ ਕੇ ਕਹਿ ਸਕੋ, ਉਸ ਅਵਸਥਾ ਨੂੰ ਐਕਸਪਲੇਨ ਕਰ ਸਕੋ, ਉਸ ਆਨੰਦ ਨੂੰ ਬਿਆਨ ਕਰ ਸਕੋ। ਉਹਨੂੰ ਤਾਂ ਜੀਣ ਵਾਲਾ, ਹੰਡਾਉਣ ਵਾਲਾ, ਮਾਨਣ ਵਾਲਾ ਹੀ ਜਾਣਦਾ ਹੈ।
ਦੂਜਾ ਉਸ ਤੋਂ ਬੇਖਬਰ ਰਹਿੰਦਾ ਹੈ, ਅਣਜਾਣ ਰਹਿੰਦਾ ਹੈ। ਦੂਜੇ ਨੂੰ ਉਸ ਬਾਰੇ ਉਸ ਤਰ੍ਹਾਂ ਦਾ ਅਨੁਭਵ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਮੰਨਣ ਵਾਲੇ ਨੂੰ ਹੁੰਦਾ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਇਸ ਗੱਲ ਨੂੰ ਜਿਨ ਬੂਝਿਆ ਤੇ ਸਾਇਆ ਸਵਾਦ ਇਤਿਆਦਿਕ ਸ਼ਬਦ ਕਹੇ ਗਏ। ਤੋਂ ਆਰੰਭ ਦੇ ਵਾਕ ਵਿੱਚ ਭਗਤ ਜੀ ਨੇ ਫਰਮਾਇਆ, ਐਸਾ ਇਹੋ ਜਿਹਾ ਹੈ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਅਜਿਹਾ ਨਾਮ ਬੜਾ ਕੀਮਤੀ, ਜਿਵੇਂ ਰਤਨ ਨਹੀਂ ਹੁੰਦੇ ਹੀਰੇ ਜਵਾਹਰ ਰਤਨ, ਜਾਨੀ ਕਿ ਇਹਦਾ ਮਤਲਬ ਹੁੰਦਾ ਹੈ ਕੀਮਤੀ, ਬੜਾ ਕੀਮਤੀ, ਯੂਨੀਕ, ਨਿਰਮੋਲਕ, ਜਿਸ ਦਾ ਕੋਈ ਮੁੱਲ ਤੈਅ ਨਹੀਂ ਕੀ, ਜਿਸ ਦੇ ਪੈਰਾਲਲ ਕਿਸੇ ਚੀਜ਼ ਨੂੰ ਨਹੀਂ ਰੱਖਿਆ ਜਾ ਸਕਦਾ। ਉਹ ਆਪਣੇ ਆਪ ਵਿੱਚ ਯੂਨੀਕ ਹੈ, ਵੱਖਰੀ ਹੈ, ਕੀਮਤੀ ਹੈ, ਲਾਜਵਾਬ ਹੈ, ਲਾਸਾਨੀ ਹੈ, ਜਿਸ ਦਾ ਸਾਨੀ ਕੋਈ ਬਰਾਬਰਤਾ ਕਰਨ ਵਾਲੀ ਹੋਰ ਕੋਈ ਚੀਜ਼ ਨਹੀਂ, ਜਿਹਦੇ ਲਈ ਤੁਹਾਡੇ ਕੋਲ ਕੰਪੈਰੀਜ਼ਨ ਕਰਨ ਲਈ ਕੋਈ ਚੀਜ਼ ਹੋ ਵੀ ਚਲੋ ਆਹ ਨਹੀਂ ਤੇ ਇਹਦੇ ਬਦਲੇ ਆਹ ਲੈ ਸਕਦੇ, ਨਹੀਂ, ਉਹ ਉਹੋ ਹੀ ਹੈ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਇਹ ਨਾਮ ਪਦਾਰਥ ਜਿਹੜਾ ਰਤਨਾ ਵਰਗਾ ਨਿਰਮੋਲਕ ਹੈ, ਕੀਮਤੀ ਹੈ, ਕਿਵੇਂ ਪਾਇਆ ਜਾਂਦਾ ਹੈ? ਪੁੰਨ। ਇਸ ਨੂੰ ਕਾਵ ਦੀ ਭਾਸ਼ਾ ਵਿੱਚ ਅਨਵੈ ਪ੍ਰਮਾਣ ਕਹਿੰਦੇ ਨੇ, ਵੀ ਲਫ਼ਜ਼ ਨੂੰ ਅੱਗੇ ਪਿੱਛੇ ਕਰਨ ਦੀ ਖੁੱਲ੍ਹ ਹੁੰਦੀ ਹੈ ਕਾਵ ਨੂੰ ਟਿਕਾਣੇ ਸਿਰ ਰੱਖਣ ਵਾਸਤੇ। ਉਹ ਕਹਿ ਲਓ ਕਿ ਉਹਦੀ ਲੈਅ ਨੂੰ, ਕਾਵ ਨੂੰ ਸੋਹਣੇ ਢੰਗ ਨਾਲ, ਤੇ ਜਿਹਨੂੰ ਅਸੀਂ ਤੋੜ ਕੇ ਜਾਂ ਇਹਦੇ ਸ਼ਬਦਾਂ ਨੂੰ ਅੱਗੇ ਪਿੱਛੇ ਜਿਹਨੂੰ ਅਰਥ ਮੁਤਾਬਕ ਪੜ੍ਹਨਾ ਸ਼ੁਰੂ ਕਰੀਏ ਤੇ ਇਹਦਾ ਭਾਵ ਬਣੇਗਾ, ਐਸਾ ਨਾਮ ਰਤਨ ਨਿਰਮੋਲਕ ਪਦਾਰਥ ਪੁੰਨ ਪਾਇਆ। ਲੈ ਤੇ ਵਿਗੜ ਜਾਏਗੀ ਕਾਵ ਦੀ, ਪਰ ਮਤਲਬ ਇਹ ਹੋਏਗਾ ਵੀ ਅਜਿਹਾ ਰਤਨ ਅਮੋਲਕ ਪਦਾਰਥ ਨਾਮ ਜਿਹੜਾ ਹੈ ਉਹ ਪੁੰਨ ਨਾਲ ਪਾਇਆ ਜਾਂਦਾ ਹੈ। ਪਦਾਰਥ ਸ਼ਬਦ ਪੁੰਨ ਤੇ ਪਾਇਆ ਦੇ ਵਿਚਕਾਰ ਆ ਗਿਆ ਅਨਵੈ ਪ੍ਰਮਾਣ ਦੇ ਮੁਤਾਬਕ। ਤੋ ਇਸ ਦਾ ਭਾਵ ਹੁੰਦਾ ਹੈ ਪੁੰਨ। ਪੁੰਨ ਨੂੰ ਬਾਣੀ ਵਿੱਚ ਕਿਹਾ ਗਿਆ ਹੈ ਸ਼੍ਰੇਸ਼ਟ ਕਰਮ, ਉੱਤਮ ਕਰਮ। ਕੋਈ ਬਹੁਤ ਨੇਕ ਕੰਮ ਕਰਨਾ ਤੇ ਫਿਰ ਉਸ ਦਾਤ ਨੂੰ ਹਾਸਲ ਕਰਨਾ, ਤੇ ਉਸ ਨੂੰ ਗੁਰਬਾਣੀ ਨੇ ਨਿਰਮਲ ਕਰਮ ਕਿਹਾ ਵੀ ਗੁਰੂ ਦੀ ਦੱਸੀ ਹੋਈ ਜੁਗਤ ਨਾਲ ਆਪਣੇ ਕਰਮ ਨੂੰ ਨਿਰਮਲ ਕਰ ਲੈ ਤੇ ਉਹ ਨਾਮ ਪਦਾਰਥ ਤੈਨੂੰ ਪ੍ਰਾਪਤ ਹੋ ਜਾਏਗਾ। ਇਹ ਜ਼ਬਰਦਸਤੀ ਨਹੀਂ ਮਿਲ ਸਕਦਾ, ਧੱਕੇ ਨਾਲ ਨਹੀਂ ਮਿਲ ਸਕਦਾ, ਦੌਲਤ ਨਾਲ ਖਰੀਦਿਆ ਨਹੀਂ ਜਾ ਸਕਦਾ। ਉਹਦੇ ਮੁਤਾਬਕ ਆਪਣਾ ਕਰਮ ਘੜਨਾ ਪੈਂਦਾ ਤੇ ਉਹ ਮਿਲ ਜਾਂਦਾ ਹੈ। ਜਿਹੜਾ ਨਾਮ ਹੈ ਉਸ ਦਾਤ ਨੂੰ ਜੇ ਹਾਸਲ ਕਰਨਾ ਚਾਹੀਏ ਤੇ ਕਿਵੇਂ ਹਾਸਲ ਕਰੀਏ? ਭਗਤ ਜੀ ਕਹਿੰਦੇ ਨੇ ਆਪਣਾ ਕਰਮ ਉਸ ਮੁਤਾਬਕ ਘੜਨਾ ਪੈਂਦਾ ਹੈ। ਉਜਲੇ ਕਰਮ ਵਾਲੇ ਨੂੰ ਉਹ ਨਾਮ ਮਿਲ ਜਾਂਦਾ, ਯਾਨੀ ਕਿ ਇਹਨੂੰ ਆਪਾਂ ਕਹਿੰਦੇ ਆ ਵੀ ਸਟਰਗਲ, ਅਭਿਆਸ, ਕਰਮ ਨੂੰ ਸਵਾਰਨ ਦਾ ਅਭਿਆਸ ਕਰਨਾ ਪੈਂਦਾ ਹੈ। ਜਿਉਂ-ਜਿਉਂ ਤੁਸੀਂ ਕਰਮ ਦਾ ਅਭਿਆਸ ਕਰਦੇ ਜਾਓ, ਭਾਵ ਆਪਣੇ ਕਰਮ ਨੂੰ ਸਵਾਰਦੇ ਜਾਓ, ਤਿਉਂ-ਤਿਉਂ ਤੁਸੀਂ ਉਸ ਨਾਮ ਦੇ ਅਧਿਕਾਰੀ ਬਣਦੇ ਜਾਂਦੇ ਹੋ, ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਹੋ ਜਾਂਦੇ ਹੋ। ਹੋਰ ਇਹ ਕੋਈ ਐਸਾ ਨਹੀਂ ਵੀ ਕਿਸੇ ਨੇ ਤੁਹਾਡੇ ਮੰਤਰ 'ਚ, ਕਿਉਂਕਿ ਬਾਣੀ ਦੀਆਂ ਅੱਧੀਆਂ ਅਧੂਰੀਆਂ ਪੰਕਤੀਆਂ ਨੂੰ ਲੈ ਕੇ ਬਹੁਤ ਲੋਕਾਂ ਨੇ ਨਾਮ ਦੀਆਂ ਦੁਕਾਨਾਂ ਹੀ ਖੋਲ੍ਹ ਲਈਆਂ। ਸੰਸਾਰ ਹੈ ਨਾ, ਕੀ ਨਹੀਂ ਵਿਕਦਾ ਇੱਥੇ? ਇੱਥੇ ਕਿਹੜੀ ਚੀਜ਼ ਦੀ ਨਕਲ ਤਿਆਰ ਨਹੀਂ ਹੁੰਦੀ। ਲੋਕਾਂ ਨੇ ਸੋਚਿਆ ਵੀ ਇੱਥੇ ਬਾਕੀ ਚੀਜ਼ਾਂ ਦੀ ਕਲੋਨ ਵਿਧੀ ਹੈ ਤੇ ਨਾਮ ਦੀ ਵੀ ਹੋਣੀ ਚਾਹੀਦੀ ਹੈ। ਉਹਨਾਂ ਨਾਮ ਨੂੰ ਵੀ ਕਲੋਨ ਵਿਧੀ ਮੁਤਾਬਕ ਕੱਢ ਲਿਆ। ਉਹ ਕੰਨਾਂ 'ਚ ਨਾਮ ਦੇਣ ਲੱਗ, ਕਿਸੇ ਨੇ 4 ਸ਼ਬਦ ਚੁਣੇ, ਕਿਸੇ ਨੇ 5 ਸ਼ਬਦ, ਕਿਸੇ ਨੇ 6 ਸ਼ਬਦ, ਕਿਸੇ ਨੇ 1 ਸ਼ਬਦ। ਤੋ ਜਿਹਦੇ ਕੰਨ ਵਿੱਚ ਇੱਕ ਵਾਰ ਗੱਲ ਪੈ, ਪਹਿਲਾਂ ਉਹਨੂੰ ਭੁਲੇਖਾ ਪਾ ਦੇਣਾ ਵੀ ਤੈਨੂੰ ਅਸੀਂ ਚੁਣਿਆ ਹੈ ਨਾਮ ਦੇਣ ਲਈ, ਤੂੰ ਅਧਿਕਾਰੀ ਹੈ ਇਸ ਚੀਜ਼ ਦਾ। ਤੇ ਕਹਿਣਾ ਸਾਰਿਆਂ ਨੂੰ ਇਹੋ ਹੀ ਹੈ। ਜੇ 1000 ਬੰਦੇ ਦੇ ਕੰਨ 'ਚ ਫੂਕ ਮਾਰਨੀ ਤੇ 1000 ਨੂੰ ਇਹ ਕਹਿਣਾ ਵੀ ਤੇਰੀ ਚੋਣ ਕੀਤੀ, ਐਵੇਂ ਨਹੀਂ ਤੈਨੂੰ ਨਾਮ ਦੇਣ ਲੱਗੇ, ਤੂੰ ਬਹੁਤ ਭਗਤੀ ਵਾਲਾ ਬੰਦਾ ਹੈ, ਤੇਰੇ ਕੋਈ ਪੂਰਬਲੇ ਕਰਮ ਜਾਗ ਪਏ ਨੇ। ਤੇ ਹਉਮੈ ਕਿਹਨੂੰ ਚੰਗੀ ਨਹੀਂ ਲੱਗਦੀ? ਅਗਲਾ ਭੁਲੇਖਾ ਪਾੜ ਲੈਂਦਾ ਵੀ ਕੋਈ ਨਿੱਕੀ ਗੱਲ ਤਾਂ ਨਹੀਂ ਫਿਰ ਮੇਰੀ, ਮੈਨੂੰ ਜੇ ਨਾਮ ਮਿਲ ਰਿਹਾ ਹੈ, ਮੈਨੂੰ ਚੁਣਿਆ ਹੈ ਤਾਂ। ਤੇ ਨਾਲ ਹੀ ਉਹਨੂੰ ਇਹ ਵੀ ਕਹਿ ਦਿੰਦੇ ਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਅੱਗੇ ਕਿਸੇ ਨੂੰ ਨਹੀਂ ਦੱਸਣਾ, ਬਸ ਤੂੰ ਗੁਪਤ ਰੂਪ ਵਿੱਚ ਇਹਨੂੰ ਜਪਣਾ। ਤੂੰ ਜਿਹੜਾ ਨਾਮ ਦੇ ਰਿਹਾ ਉਹ ਗੁਰੂ ਹੋ ਗਿਆ, ਤੇ ਜਿਹਨੇ ਨਾਮ ਲਿਆ ਉਹ ਚੇਲਾ ਹੋ ਗਿਆ। ਉਹ ਫਿਰ ਸਾਰੀ ਉਮਰ ਜੁੜਿਆ ਰਹੇਗਾ ਆਪਣੇ ਗੁਰੂ ਨਾਲ, ਤਥਾ ਕਥਤ ਉਸ ਦੇਹੀ ਨਾਲ। ਤੇ ਉਹ ਜਿਹੜਾ ਇੱਕ ਸਿਲਸਿਲਾ ਹੈ,
ਉਸਨੇ ਦੇਹਧਾਰੀ ਗੁਰੂ ਡੰਮ ਦੀ ਪ੍ਰਥਾ ਨੂੰ ਬਹੁਤ ਬਲ ਦਿੱਤਾ, ਤਾਕਤ ਦਿੱਤੀ, ਥਾਂ ਥਾਂ ਤੇ ਗੁਰੂ ਬਣ ਕੇ ਬੈਠ ਗਿਆ। ਉਹ ਜਿਹੜੀਆਂ ਚੀਜ਼ਾਂ ਨੇ ਉਹਨੇ ਮਨੁੱਖ ਨੂੰ ਕੁਰਾਹੇ, ਉਹਨੇ ਕਰਮ ਨੂੰ ਸਵਾਰਨ ਵਾਲੇ ਪਾਸੇ ਮਨੁੱਖ ਨੂੰ ਨਹੀਂ ਤੋਰਿਆ। ਉਹਨਾਂ ਨੇ ਇਹ ਵੀ ਕਿਹਾ ਜਿੱਥੇ ਤੂੰ ਹੈ ਜਿਹੜੀ ਹਾਲਤ ਠੀਕ ਹੈ, ਬਸ ਤੂੰ ਆਹ ਕਰੀ ਜਾ ਜਿਹੜਾ ਤੈਨੂੰ ਅਸੀਂ ਦੱਸਿਆ। ਉਹ ਜੇ 30 ਸਾਲ ਪਹਿਲਾਂ ਸ਼ਰਾਬੀ ਸੀ ਤੇ ਅੱਜ ਵੀ ਸ਼ਰਾਬੀ ਹੈ, 30 ਸਾਲ ਪਹਿਲਾਂ ਵੀ ਝੂਠਾ ਸੀ, ਅੱਜ ਵੀ ਉਹ 30 ਸਾਲ ਉਹ ਕੰਨਾਂ ਵਾਲਾ ਨਾਮ ਜਪਣ ਤੋਂ ਬਾਅਦ ਵੀ ਝੂਠਾ ਹੀ ਹੈ, ਕੋਈ ਫਰਕ ਨਹੀਂ ਪਿਆ। ਗੁਰੂ ਸਾਹਿਬ ਨੇ ਬਾਣੀ ਚ ਆਖਿਆ ਵੀ ਕਰਮ ਨੂੰ ਉਜਲਾ ਕਰਨ ਨਾਲ ਹੀ ਤੂੰ ਨਾਮ ਦਾ ਅਧਿਕਾਰੀ ਹੋਏਗਾ। ਨਾਮ ਕੋਈ ਮਹਿਜ਼ ਲਫ਼ਜ਼ੀ ਬਣਤਰ ਨਹੀਂ, ਨਾਮ ਇੱਕ ਅਵਸਥਾ, ਇੱਕ ਅਹਿਸਾਸ ਹੈ, ਇੱਕ ਜੀਵਨ ਪੱਧਰ ਹੈ। ਇਸੇ ਲਈ ਬਾਕੀ ਚੀਜ਼ਾਂ ਨੂੰ ਕਿਰਤਮ ਨਾਮ ਕਿਹਾ। ਤੋ ਮਹਾਰਾਜ ਇੱਥੇ ਫਰਮਾਉਂਦੇ ਨੇ, ਅਨਕ ਜਤਨ ਕਰ ਹਿਰਦੈ ਰਾਖਿਆ, ਇਹ ਰਤਨ, ਇਹ ਅਨਕ ਜਤਨ ਕਰ ਹਿਰਦੈ ਰੱਖ, ਅਨੇਕ ਜਤਨ ਕਰ ਹਿਰਦੇ ਵਿੱਚ ਇਸ ਨੂੰ ਟਿਕਾਇਆ ਜਾਏ, ਭਾਵ ਇਸ ਨੂੰ ਆਪਣੇ ਆਪ ਵਿੱਚ ਹੀ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਜਾਨੀ ਕਿ ਇਹਨੂੰ ਆਪਾਂ ਕਹਿੰਦੇ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਏ। ਮੰਨ ਲਓ ਉਹ ਜਿਹੜਾ ਨਾਮ ਤੋਂ ਲੁਕੋਏ ਜਾ ਸਕਦੇ, ਜਿਹੜੇ ਆਰਟੀਫਿਸ਼ਲ ਆਪਾਂ ਦੁਨੀਆ ਲਫ਼ਜ਼ ਲੈਂਦੇ ਆ, ਸ਼ਬਦ ਲੈਂਦੇ ਆ, ਉਹ ਤਾਂ ਕਿਹਾ ਵੀ ਦੱਸੀ ਨਾ ਤੇ ਨਹੀਂ ਦੱਸਣਾ। ਤਾਂ ਉਹ ਜਿਹੜੇ ਇਹ ਜਿਸ ਨਾਮ ਦੀ ਗੱਲ ਹੋ ਰਹੀ ਹੈ ਕਿ ਕਬੀਰ ਜੀ ਦਾ ਨਾਮ ਗੁੱਝਾ ਰਿਹਾ ਦੁਨੀਆ 'ਚ, ਕਬੀਰ ਜੀ ਗੁੱਝੇ ਰਹੇ ਨਹੀਂ ਰਹੇ। ਉਹਨਾਂ ਦੇ ਕਰਮ ਰਾਹੀਂ ਉਸ ਨਾਮ ਨੇ ਦੁਨੀਆ ਨੂੰ ਝਲਕ ਵਿਖਾਈ। ਉਹਨਾਂ ਦੇ ਜੀਵਨ ਰਾਹੀਂ ਉਹ ਨਾਮ ਸੰਸਾਰ ਦੇ, ਦੁਨੀਆ ਦੇ ਵੱਖ-ਵੱਖ ਲੋਕਾਂ ਤੱਕ ਪਹੁੰਚ ਗਿਆ। ਗੁਰੂ ਨਾਨਕ ਸਾਹਿਬ ਦਾ ਨਾਮ ਗੁੱਝਾ ਰਿਹਾ ਨਹੀਂ ਰਹਿ ਸਕਿਆ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਪਰਮੇਸ਼ਰ ਦਾ ਪਿਆਰਾ ਦੁਨੀਆ ਵਿੱਚ ਉਜਲਾ, ਉਹ ਉਜਲਾ ਕਾਹਦੇ ਤੋਂ ਹੁੰਦਾ ਹੈ? ਆਪਣੇ ਕਰਮ ਕਰਕੇ, ਆਪਣੇ ਵਿਹਾਰ ਕਰਕੇ, ਆਪਣੇ ਗੁਣਾਂ ਕਰਕੇ, ਆਪਣੇ ਜੀਵਨ ਦੀ ਪਵਿੱਤਰਤਾ ਕਰਕੇ। ਤੋ ਲੁਕੀ ਨਹੀਂ ਰਹਿੰਦੀ ਚੀਜ਼, ਉਸ ਜਗਤ ਵਿੱਚ ਜ਼ਾਹਰ ਤੇ ਪ੍ਰਗਟ ਹੋ ਜਾਂਦੀ ਹੈ। ਹਾਂ, ਉਹ ਹਉਮੈ ਦਾ ਰੌਲਾ ਨਹੀਂ ਪਾਉਂਦਾ ਵੀ ਮੈਂ ਏਡੇ ਉੱਚ, ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਉਹਦਾ ਕਰਮ ਹੀ ਉਹਦਾ ਗਵਾਹ ਹੁੰਦਾ। ਉਹਨੂੰ ਖੁਦ ਗਵਾਹੀਆਂ ਥੋੜੀ ਭਰਨ ਦੀ ਲੋੜ ਪੈਂਦੀ ਹੈ। ਅਸੀਂ ਰੋਜ਼ ਇੱਕ ਦੂਜੇ ਨੂੰ ਇਹ ਜਤਾਉਣ ਤੇ ਲੱਗੇ ਰਹਿੰਦੇ ਮੈਂ ਬੜਾ ਚੰਗਾ ਬੰਦਾ, ਕਿਉਂਕਿ ਸਾਡੇ ਕੋਲ ਕੋਈ ਗਵਾਹ ਨਹੀਂ। ਇਸ ਕਰਕੇ ਸਾਨੂੰ ਖੁਦ ਨੂੰ ਆਪਣੀ ਗਵਾਹੀ ਭਰਨੀ ਪੈਂਦੀ। ਮੈਂ ਬੜੀ ਪੂਜਾ ਕਰਦਾ, ਪਾਠ ਕਰਦਾ, ਬੜਾ ਧਰਮੀ, ਬੜਾ ਇਉਂ ਭਲਾ ਕਰਦਾ ਲੋਕਾਂ ਦਾ, ਕਹਿਣਾ ਪੈਂਦਾ ਹੈ ਨਾ। ਕਿਉਂਕਿ ਸਾਨੂੰ ਪਤਾ ਹੈ ਵੀ ਸਾਰੇ ਸੰਸਾਰ 'ਚ ਹਉਮੈ ਵਿਕਦੀ ਹੈ, ਮੰਡੀ ਹਉਮੈ ਦੀ, ਅਗਲਾ ਵੀ ਵੇਚ ਰਿਹਾ, ਮੈਂ ਵੀ ਵੇਚ ਰਿਹਾ। ਪਰ ਉਹ ਇੱਕ ਐਸੇ ਜੀ, ਉਹਨਾਂ ਨੂੰ ਲੱਗਦਾ ਵੀ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ। ਜੇ ਸਾਡੇ ਪੱਲੇ ਕੋਈ ਚੰਗਿਆਈ ਹੋਈ ਤਾਂ ਪਤਾ ਲੱਗ ਹੀ ਜਾਏਗਾ। ਤੇ ਉਹਨਾਂ ਦਾ ਕਰਮ ਉਹਨਾਂ ਦਾ ਗਵਾਹ ਹੁੰਦਾ, ਉਹਨਾਂ ਦਾ ਜੀਵਨ ਉਹਨਾਂ ਦਾ ਗਵਾਹ ਹੈ। ਇਸ ਵਾਸਤੇ ਫਰਮਾਉਂਦੇ ਨੇ, ਪਰ ਇਹ ਐਸਾ ਉੱਤਮ ਜੀਵਨ ਕਿਵੇਂ ਬਣਦਾ ਹੈ? ਰਸਨਾ ਰਮਤ, ਰਮਤ ਦਾ ਮਤਲਬ ਹੈ ਰਮਣ ਕਰਦੇ ਹਾਂ, ਜਪਦੇ ਹਾਂ। ਜ਼ਬਾਨ ਤੋਂ ਇਸ ਦਾ ਅਭਿਆਸ, ਇਸ ਨੂੰ ਰਮਣ ਕਰਦੇ ਹਾਂ, ਜ਼ਬਾਨ ਤੋਂ ਕਹਿੰਦੇ ਹਾਂ, ਯਾਨੀ ਕਿ ਬੋਲ ਸਾਫ਼, ਸਾਦੇ, ਸਪਸ਼ਟ, ਪਵਿੱਤਰ, ਉਜਲੇ ਰੱਖਣੇ। ਪਰਮੇਸ਼ਰ ਦੇ ਗੁਣਾਂ ਨੂੰ ਰਸਨਾ ਤੋਂ ਵਿਖਾਣਨਾ। ਸੁਨਤ ਸੁਖ ਸ਼ਰਵਨਾ, ਰਸਨਾ ਨਾਲ ਜਪਦਿਆਂ ਵੀ ਸੁਖ ਪ੍ਰਾਪਤ ਹੁੰਦਾ ਹੈ, ਕੰਨਾਂ ਨਾਲ ਸੁਣਦਿਆਂ ਵੀ ਫਿਰ ਸੁਖ ਮਿਲਦਾ ਹੈ, ਯਾਨੀ ਕਿ ਸੰਤੁਸ਼ਟੀ, ਸੈਟਿਸਫੈਕਸ਼ਨ ਮਿਲਦੀ ਹੈ। ਕੰਨਾਂ ਨਾਲ ਸੁਣਦਿਆਂ ਵੀ ਆਨੰਦ ਪ੍ਰਾਪਤ ਹੁੰਦਾ ਹੈ। ਚਿੱਤ ਚੇਤੇ ਸੁਖ ਹੋਈ, ਚਿੱਤ ਨਾਲ, ਚੇਤੇ ਕਰਨ ਨਾਲ ਵੀ ਤੁਹਾਡਾ ਚਿੰਤਨ ਪਵਿੱਤਰ ਹੋ ਜਾਂਦਾ ਹੈ। ਤੁਹਾਡੀ ਚੇਤਾ ਸ਼ਕਤੀ, ਤੁਹਾਡੀ ਯਾਦਦਾਸ਼ਤ ਮੰਦੇ ਖਿਆਲਾਂ ਤੋਂ ਮੁਕਤ ਹੋ ਜਾਂਦੀ ਹੈ। ਕਹੁ ਭੀਖਨ ਦੋਏ ਨੈਣ ਸੰਤੋਖੇ, ਇਹ ਦੋਵੇਂ ਅੱਖਾਂ ਵੀ ਜਿਹੜੀਆਂ ਨੇ, ਨੈਣ ਅੱਖਾਂ ਜਿਹੜੀਆਂ ਨੇ, ਇਹ ਵੀ ਸੰਤੋਖੇ ਦਾ ਮਤਲਬ ਹੈ ਤ੍ਰਿਪਤ ਹੋ ਜਾਂਦੀਆਂ ਹਨ। ਫਿਰ ਕਿਉਂਕਿ ਹਰ ਕਿਸੇ ਨੂੰ ਵੈਰ ਨਾਲ ਨਹੀਂ ਵੇਖਿਆ, ਕਿਸੇ ਨੂੰ ਊਚ ਨੀਚ ਦੇ ਭੇਦ ਭਾਵ ਨਾਲ ਨਹੀਂ ਵੇਖਿਆ, ਹਰ ਇੱਕ ਨੂੰ ਰੱਬ ਦਾ ਬੰਦਾ, ਕੁਦਰਤ ਦਾ ਬੰਦਾ ਜਾਣਿਆ, ਤੋ ਅੱਖਾਂ ਤ੍ਰਿਪਤ ਹਨ, ਸੰਤੋਖੇ। ਦ੍ਰਿਸ਼ਟੀ ਮੈਲੀ ਨਹੀਂ ਹੋਈ, ਜਹਾਂ ਦੇਖਾਂ ਤਹਾਂ ਸੋਈ, ਕਿਉਂਕਿ ਮੈਂ ਜਿੱਥੇ ਵੀ ਵੇਖਦਾ ਮੈਨੂੰ ਉਹ ਆਪਣਾ ਮਾਲਕ ਵਾਹਿਗੁਰੂ, ਉਹੀ ਹਰ ਇੱਕ ਵਿੱਚ ਵਸਦਾ ਹੋਇਆ, ਉਸੇ ਦਾ ਹੀ ਅਹਿਸਾਸ ਹੁੰਦਾ ਹੈ, ਉਸੇ ਦਾ ਹੀ ਅਨੁਭਵ ਹੁੰਦਾ ਹੈ। ਗਰੀਬ ਨਵਾਜ ਕਿਰਪਾ ਕਰਨ ਇਸ ਪਾਵਨ ਸ਼ਬਦ ਦਾ
ਜੋ ਉਪਦੇਸ਼ ਹੈ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।